लो जी बेलियो फजर की नमाज अदा करने तो बाद ते नाले थोड़ी जी कुरान मजीद की तिलावत करने तो बाद घर आके मैं दंदा साफ करने वाले इस औजार नूं फड़िया ते आदे दंद चमकाने शुरू कर दिते बाहर आके। सुबह सवेरे ही बकरियां एक नवीं डिश दे नाल अपना नाश्ता कर रही सी ते सूरज अपनी फुल आबो ताप दे विच निकल रहा सी ते ओ सामने सूरज निकलन तो पहले पहले बेली डंगरां दे वास्ते पट्ठे बनाने शुरू कीते हुए सी। आखिरकार सुबह सुबह पिंडां दे हसीन तरीन मंजर वेखदियां होया ते नाले दंदां नूं चमकांदियां मैं फड़िया तौलिया ते उस तो बाद नहा धो के अपने सिर नूं साफ करके ते शीशे अगे खड़ो के कंघी कुंघी करन लग पिया। इस तो बाद आ गई सी हुण मेरी नाश्ते दी वारी ते मैं 2-4 ग्रां लै दाल माश दे नाल टुकर दे। इन्नी देर ਨੂੰ ਮੇਰਾ ਕਾਰੀਗਰ ਵੀ ਦੁਕਾਨ ਤੇ ਆ ਚੁੱਕਿਆ ਸੀ ਜਿੰਦੇ ਹੈਂਡਓਵਰ ਮੈਂ ਕਟਿਆ ਹੋਇਆ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ ਰੀਲਾਂ ਮਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਸਾਰਿਆਂ ਨਾਲੋਂ ਮੁਸ਼ਕਲ ਤਰੀਨ ਕੰਮ ਹੈਗਾ ਇੱਕ ਦਰਜੀ ਵਾਸਤੇ। ਲੋ ਜੀ ਬੇਲੀਓ ਅੰਥਾ ਕੋਸ਼ਿਸ਼ ਕਰਨ ਤੋਂ ਬਾਅਦ ਰੀਲਾਂ ਨਹੀਂ ਮਿਲੀਆਂ ਮੋਟਰਸਾਈਕਲ ਨੂੰ ਮਾਰੀ ਕੇ ਬਾਹਰ ਲਿਆਂਦਾ ਤੇ ਮੋਟਰਸਾਈਕਲ ਪਾ ਛੱਡੀ ਲਹਿੰਦੇ ਵਾਲੀ ਸਾਈਡ ਤੇ। ਆਖਰਕਾਰ 3 ਤੋਂ 4 ਮਿੰਟ ਮੋਟਰਸਾਈਕਲ ਲਾਏ ਅੱਡਾ 50 ਵੀ ਵਿੱਚ ਪਹੁੰਚਾਉਣ ਵਾਸਤੇ ਜਿੱਥੇ ਜਾ ਕੇ ਮੋਟਰਸਾਈਕਲ ਵੀ ਭੁੱਖ ਮਹਿਸੂਸ ਕਰਵਾਉਣ ਲੱਗ ਪਈ। ਇਹਦੀ ਵੀ ਟੈਂਕੀ ਖਾਲੀ ਹੈਗੀ ਸੀ ਤੇ ਮੇਰੀ ਵੀ ਜੇਬ ਅੱਲਾ ਕੀਤਾ ਖਾਲੀ ਸੀ। ਮੈਂ ਤਾਂ ਘਰੋਂ ਸਿਰਫ ਰੀਲਾਂ ਲੈਣ ਵਾਸਤੇ ਹੀ ਟੁਰਿਆ ਸੀ। आखिरकार अड्डा 50 भी दे नाल अगली साइड ते एक पंप दे कोल जाके असीं ब्रेक लाई ते बेली नूं आख्या लै भी सोहणिया अज 2 ਤੋਂ 300 ਦਾ सिर्फ पेट्रोल कर ज्यादा जी गुंजाइश कोई नहीं हैगी। बेली ने भी फीड कीते नंबर विच ते उस तो बाद नोजल ला दित्ती टैंकी विच ते थोड़ा बहुता पेट्रोल दा टीका टैंकी नूं ला छड़िया। पेट्रोल पवाउंदे सानू वो बेली भी नजर आ गया थोड़ा बहुता जिंदे कोलों अज नलकियां लैण वास्ते उहदी दुकान ते जा रहा सी ते बेली नूं मैं कहा चल सोहणिया आपदी दुकान ते उत्थों जाके तेरे कोलों रीलां रलाणियां ने। कहंदा मैनूं थोड़ा जिहा काम हैगा तूं दुकान ते पहुंच ते मैं तेरे मगरे आया। ਲੈ ਵੀ ਸੋਹਣਿਆ ਤਕਰੀਬਨ 2 ਤੋਂ 2.5 ਮਿੰਟਾਂ ਦੇ ਵਿੱਚ ਮੈਂ ਉਹਦੀ ਦੁਕਾਨ ਤੇ ਪਹੁੰਚਿਆ। ਬੈਠਕ ਅੱਗੇ 1 ਮਿੰਟ ਜ ਇੰਤਜ਼ਾਰ ਕੀਤਾ ਹੀ ਸੀ ਤੇ ਮਗਰ ਹੀ ਸ਼ੂ ਕਰਦਾ ਆਇਆ ਉਹ ਵੀ ਮੇਰੇ ਕੋਲ ਪਹੁੰਚ ਗਿਆ। ਇਹਨੇ ਵੀ ਆਪਣੀ ਫੁੱਲ ਕੋਸ਼ਿਸ਼ ਕੀਤੀ। ਅੰਤਕ ਕੋਸ਼ਿਸ਼ ਤੋਂ ਬਾਅਦ ਇੱਕ ਸਿਰਫ ਰੀਲ ਮਿਲਾ ਸਕਿਆ। ਇਸ ਤੋਂ ਇਲਾਵਾ ਨਲਕੀਆਂ ਨਹੀਂ ਮਿਲੀਆਂ ਜਿਹੜਾ ਕਿ ਬੜਾ ਹੀ ਮੁਸ਼ਕਲ ਕੰਮ ਹੈਗਾ। ਇਸ ਤੋਂ ਇਲਾਵਾ ਮੈਂ ਪਹੁੰਚਿਆ ਇੱਕ ਹੋਰ ਦੁਕਾਨ ਤੇ ਜਿੰਦਾ ਮੈਂ ਕਲਿੱਪ ਰਿਕਾਰਡ ਨਹੀਂ ਕਰ ਸਕਿਆ। ਆਖਿਰਕਾਰ ਸਾਰਾ ਫਿਰਦਿਆਂ ਫਿਰਾਂਦਿਆਂ 2 ਰੀਲਾਂ ਮਿਲੀਆਂ ਇੱਕ ਰੀਲ ਫਿਰ ਰਹਿ ਗਈ ਜਿਹੜੀ ਨਹੀਂ ਮਿਲ ਸਕੀ। ਇਹ ਦਰਜੀਆਂ ਦਾ ਕੰਮ ਇਸੇ ਤਰ੍ਹਾਂ ਹੀ ਹੈਗਾ ਜੇ ਰੀਲ ਮਿਲਣ ਤੇ ਆਵੇ ਤੇ ਫਿਰ ਭਾਵੇਂ ਦੁਕਾਨ ਤੇ ਪਈਆਂ ਰੀਲਾਂ ਦੇ ਵਿੱਚੋਂ ਹੀ ਮਿਲ ਜਾਵੇ ਜਾਂ ਨਾ ਮਿਲਣ ਜਾਵੇ ਤੇ ਫਿਰ ਸ਼ਹਿਰ ਵੀ ਜਾ ਕੇ ਚੰਗੀ ਤਰ੍ਹਾਂ ਜ਼ਲੀਲ ਕਰਦੀਆਂ ਨੇ ਰੀਲਾਂ। ਇੱਕ ਗਵਰਨਮੈਂਟ ਹਾਈ ਸਕੂਲ ਜਿੱਥੇ ਮੈਂ ਮੈਟ੍ਰਿਕ ਕੀਤੀ ਇੱਥੇ ਇੱਕ ਛੋਟਾ ਜਿਹਾ ਬੱਚਾ ਬੱਕਰੀਆਂ ਲੈ ਕੇ ਬੈਠਾ ਹੋਇਆ ਸੀ ਟੁੱਟੀ ਹੋਈ ਸਕੂਲ ਦੀ ਕੰਧ ਤੇ ਆ ਸਾਡੇ ਇਲਾਕੇ ਦੀ ਬੜੀ ਮਸ਼ਹੂਰ ਮਰੂਫ ਤੇ ਬੜੀ ਡੂੰਗੀ ਟਰਬੈਨ ਹੈਗੀ ਹੈ ਜਿੱਥੋਂ ਲੰਘਦਿਆਂ ਲਗਾਉਂਦੇ ਮੈਂ ਪਹੁੰਚਿਆ ਘਰ ਜਿੱਥੇ ਆ ਕੇ ਮੈਨੂੰ ਮਿਲ ਗਈ ਚਾय। ਸਵੇਰ ਸਵੇਰੇ ਨਾਸ਼ਤੇ ਦੇ ਵਿੱਚ ਚਾय ਨਾ ਪੀਣ ਦੀ ਵਜ੍ਹਾ ਤੋਂ ਮੈਂ ਘਰ ਆ ਕੇ ਚਾय ਪੀਤੀ। ਉਸ ਤੋਂ ਬਾਅਦ ਦੁਕਾਨ ਤੇ ਦੁਬਾਰਾ ਗਿਆ। ਕਾਰੀਗਰ ਆਪਣੇ ਕੰਮ ਦੇ ਵਿੱਚ ਬਿਜ਼ੀ ਸੀ, ਸ਼ਾਗਿਰਦ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੈਗੇ ਸੀ ਤੇ ਮੈਂ ਦੁਕਾਨ ਤੇ ਜਾ ਕੇ ਦੁਬਾਰਾ ਆਪਣੇ ਕੰਮ ਨੂੰ ਸ਼ੁਰੂ ਕਰ ਦਿੱਤਾ ਮਤਲਬ ਕਿ ਕਟਾਈ। ਆਖਿਰਕਾਰ ਆ ਮੇਰਾ ਤੀਸਰਾ ਸੂਟ ਹੈਗਾ ਸੀ ਕਾਲਾ ਸੂਟ ਜਿਹੜਾ ਮੈਂ ਕੱਟਦਾ ਪਿਆ। ਇਹਦੀ ਕਟਿੰਗ ਮੁਕੰਮਲ ਕਰਨ ਤੋਂ ਬਾਅਦ ਪਸੀਨੇ ਦੇ ਵਿੱਚ ਸ਼ਰਾਬੂਰ ਹੋ ਕੇ ਤੇ ਮੈਂ ਆ ਕੇ ਬਰਾਮਦੇ ਦੇ ਵਿੱਚ ਬਹਿ ਗਿਆ ਤੇ ਆ ਕੇ ਆਰਾਮ ਕੀਤਾ। ਦਰਜੀਆਂ ਦਾ ਕੰਮ ਐਸਾ ਜਿੰਦੇ ਵਿੱਚ ਪੱਖਾ ਨਹੀਂ ਚਲਾਉਣਾ ਪੈਂਦਾ ਤੇ ਦੁਆ ਕਰੋ ਅੱਲਾਹ ਪਾਕ ਸਾਨੂੰ ਤਾਕਤ ਦੇਵੇ ਅਸੀਂ ਏਸੀ ਲਵਾ ਲਈਏ। तकरीबन 5 ਤੋਂ 7 ਮਿੰਟ ਪਸੀਨੇ ਦੇ ਵਿੱਚ ਸ਼ਰਾਬੂਰ ਆਰਾਮ ਕਰਨੇ ਤੋਂ ਬਾਅਦ ਮੈਨੂੰ ਪਤਾ ਚੱਲਿਆ ਨਮਾਜ਼ ਜ਼ੋਰ ਦਾ ਟਾਈਮ ਹੋ ਚੱਲਿਆ ਤੇ ਨਮਾਜ਼ ਜ਼ੋਰ ਦੇ ਵਾਸਤੇ ਮੈਂ ਪਹੁੰਚਿਆ ਮਸਜਿਦ ਵਿੱਚ ਵਜ਼ੂ ਵਗੈਰਾ ਕਰਕੇ ਕੈਪ ਕੁਪ ਕਰਕੇ ਮਸਜਿਦ ਵਿੱਚ ਜਾ ਕੇ ਨਮਾਜ਼ ਜ਼ੋਹਰ ਅਦਾ ਕੀਤੀ। ਆਖਿਰਕਾਰ ਨਮਾਜ਼ ਜ਼ੋਹਰ ਅਦਾ ਕਰਨੇ ਤੋਂ ਬਾਅਦ ਹੁਣ ਵਾਰੀ ਆ ਗਈ ਸੀ ਇਹ ਫਿਨਿਸ਼ਿੰਗ ਕੀਤੇ ਸੂਟਾਂ ਨੂੰ ਇਸਤਰੀ ਕਰਕੇ ਤੇ ਟੰਗਣ ਦੀ। ਲੈ ਜੀ ਬੇਲੀਏ ਥੋੜੀ ਬਹੁਤ ਦੇਰ ਮੈਂ ਵੇਖਿਆ ਇਹਨਾਂ ਸੂਟਾਂ ਨੂੰ ਤੇ ਫਿਰ ਮੈਂ ਬਿਸਮਿਲ੍ਲਾ ਸ਼ਰੀਫ ਪੜ੍ਹ ਕੇ ਇਸਤਰੀ ਦਾ ਬਟਨ ਔਨ ਕੀਤਾ ਤੇ ਇਸਤਰੀ ਤੇ ਖੜੇ ਹੋ ਕੇ ਇਹਨਾਂ ਸੂਟਾਂ ਨੂੰ ਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ। ਆਖਿਰਕਾਰ ਅੱਧਾ ਘੰਟਾ ਲਾ ਕੇ ਅੱਜ ਦੇ ਮੁਕੰਮਲ ਸੂਟਾਂ ਨੂੰ ਇਸਤਰੀ ਕਰਕੇ ਟੰਗ ਛੱਡਿਆ ਤੇ ਹੁਣ ਮੈਂ ਪਹੁੰਚਿਆ ਸੀ ਕਬਰਸਤਾਨ। ਜਿਸ ਤਰ੍ਹਾਂ ਬਜ਼ੁਰਗਾਂ ਦੇ ਮਜ਼ਾਰਾਂ ਤੇ ਜਾਣਾ ਅਜਰ ਸਵਾਬ ਦਾ ਕੰਮ ਹੈਗਾ ਔਲਾਦ ਦੇ ਵਾਸਤੇ ਇਸੇ ਤਰ੍ਹਾਂ ਵਾਲਿदैन ਦੀ ਕਬਰਾਂ ਮਜ਼ਾਰ ਹੈਗੀਆਂ ਨੇ ਤੇ ਪਹਿਲੇ ਅਜਰ ਸਵਾਬ ਵਾਲਿदैन ਦੀ ਕਬਰਾਂ ਤੇ ਜਾਵਣ ਦਾ ਹੁੰਦਾ। ਇਸੇ ਤਰ੍ਹਾਂ ਮੈਂ ਆਪਣੇ ਅੱਬੂ ਜੀ ਨੂੰ ਮਿਲਣ ਵਾਸਤੇ ਕਬਰਸਤਾਨ ਪਹੁੰਚ ਆਇਆ ਸੀ ਜੀ। ਤੁਸੀਂ ਯਕੀਨ ਕਰੋ ਅੱਜ ਮੇਰੇ ਅੱਬੂ ਨੂੰ ਸਾਡੇ ਤੋਂ ਪਿਛਲੇ ਤਕਰੀਬਨ 20 ਤੋਂ 25 ਦਿਨ ਦਾ ਅਰਸਾ ਗੁਜ਼ਰ ਚੁੱਕਿਆ ਲੇਕਿਨ ਅਜੇ ਤੱਕ ਵੀ ਦਿਲੀ ਤੌਰ ਤੇ ਤਸਲੀਮ ਨਹੀਂ ਕੀਤਾ ਜਾ ਰਿਹਾ ਕਿ ਮੇਰੇ ਅੱਬੂ ਜੀ ਇਸ ਕਬਰ ਦੇ ਅੰਦਰ ਮੌਜੂਦ ਹੈਗੇ ਨੇ। ਹਰ ਜਗ੍ਹਾ ਤੇ ਉਹਨਾਂ ਦੀ ਯਾਦਾਂ ਮੌਜੂਦ ਹਨ। ਮਸਜਿਦ ਦੇ ਵਿੱਚ ਚਲੇ ਜਾਈਏ ਨਮਾਜ਼ ਪੜ੍ਹਨ ਵਾਸਤੇ ਉੱਥੇ ਉਹਨਾਂ ਦੀ ਯਾਦ ਆਉਂਦੀ ਹੈ। ਦੁਕਾਨ ਦੇ ਵਿੱਚ ਉਹਨਾਂ ਦੀ ਯਾਦ ਆਉਂਦੀ ਹੈ। ਘਰ ਦੇ ਵਿੱਚ ਉਹਨਾਂ ਦੀ ਵੀਲ ਚੇਅਰ ਪਈ ਉਹਨਾਂ ਦੀ ਯਾਦ ਆਉਂਦੀ ਹੈ। ਅੱਬੂ ਦੇ ਵਾਸਤੇ 에ਅਰ ਕੂਲਰ ਲੈ ਕੇ ਆਏ ਸੀ ਉਹ ਵੀ ਹਰ ਵਕਤ ਸਾਨੂੰ ਉਹਨਾਂ ਦੀ ਯਾਦ ਦੇ ਵਿੱਚ ਤੜਪਾਉਂਦਾ ਰਹਿੰਦਾ ਹੈ। ਮੇਰੇ ਅੱਬੂ ਜੀ ਦੇ ਵਾਸਤੇ ਦੁਆਏ ਮਗਫਰਤ ਜ਼ਰੂਰ ਕਰੇ ਜੇ ਅੱਲਾਹ ਪਾਕ ਮੇਰੇ ਅੱਬੂ ਜੀ ਦੀ ਕਾਮਿਲ ਬਖਸ਼ਿਸ਼ ਫਰਮਾਏ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅੱਲਾਹ ਹਾਫਿਜ਼।